ध्यान नाल धानी साहब की गल सुनी है और इस तो पहला मैं ये भी दसदा जिहड़े आप आम आदमी पार्टी वाले ने ये गल्लां की करते हैं मतलब इन्हां नूं बिल्कुल ही गल करन तों पहलां माड़ा मोटा बंदा सोच लैंदा की गल कर लगे ये किहड़े आदर्शवादी ने ते किहड़ी विचारधारा दे नाल ये लगे हुए ने तुसीं ये देखो जदों ऑर्ਡੀਨੈਂਸ की सपोर्ट चाहिए है कल्ला ऑर्ਡੀਨੈਂਸ ते ਉਹਦੇ ਤਾਂ ਅਸੀਂ ਗੱਲ ਕਰਾਂਗੇ ਔਰ ਉਹਦੇ ਵਿੱਚ ਤੁਸੀਂ ਦੇਖੋ ਉਹਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇੰਨਾ ਜ਼ੋਰ ਲਾਇਆ ਤੇ ਉੱਥੇ ਪ੍ਰੈਸ ਕਾਨਫਰੰਸ ਵੀ ਨਹੀਂ ਇਹਨੇ ਅਟੈਂਡ ਕੀਤੀ ਹੁਣ ਇਹ ਬੈਂਗਲੌਰ ਤਾਂ ਸ਼ਾਇਦ ਜਾਣਗੇ ਹੀ ਨਹੀਂ ਤੇ ਇਹਨਾਂ ਦਾ ਕੋਈ ਸਟੈਂਡ ਹੀ ਨਹੀਂ ਕਿਤੇ ਤੇ ਗੱਲਾਂ ਇਹ ਕਹਿੰਦੇ ਸਾਨੂੰ ਸਿੱਖਿਆ ਦਿੰਦੇ ਨੇ ਕਿ ਇੰਨੀ ਵੀ ਦੁਸ਼ਮਣੀ ਨਾ ਕਰੋ ਸਾਡੀ ਦੁਸ਼ਮਣੀ ਕੋਈ ਸਾਡੇ ਸਿਆਸੀ ਵਿਚਾਰ ਵੱਖਰੇ ਹੋ ਸਕਦੇ ਨੇ ਸਾਡੀ ਜਿਹੜੀ ਹਿੰਦੂ ਸਿੱਖ ਭਾਈਚਾਰਾ ਹੈਗਾ ਜਾਂ ਜਿਹੜੀ ਸਾਡੀ ਸਾਂਝ ਹੈਗੀ ਹੈ ਜਾਂ ਸਾਡੀ ਸਮਾਜਿਕ ਸਾਂਝ ਹੈ ਰਾਜਨੀਤਿਕ ਸਾਡੇ ਵੱਖਰੇਵੇਂ ਹੋ ਸਕਦੇ ਨੇ ਪਰ ਸਾਡੀ ਸਮਾਜਿਕ ਸਾਂਝ ਤਾਂ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈਗੀ ਇੱਥੇ ਅਸੀਂ ਕਿੱਦਾਂ ਕਹਿ ਸਕਦੇ ਕਿ ਹੱਥ ਮਿਲਾਉਣ ਜੋਗੇ ਨਹੀਂ ਹੈਗੇ ਅਸੀਂ ਇਹਨਾਂ ਵਰਗੇ ਨਹੀਂ ਹੈਗੇ ਜਿਹੜੇ ਜਿੱਦੀ ਏਦਾਂ ਬਹੁਤ ਘਟੀਆ ਸਿਆਸਤ ਘਟੀਆ ਗੱਲਾਂ ਕਰਦੇ ਨੇ ਤੁਸੀਂ ਇਹ ਦੇਖੋ ਵੀ ਇਹਨਾਂ ਦੀ ਕਿਹੜੀ ਗੱਲ ਹੈਗੀ ਜਿਸ ਤੇ ਲੋਕ ਵਿਸ਼ਵਾਸ ਕਰਨ ਪਹਿਲਾਂ ਆਪਰੇਸ਼ਨ ਬਲੂ ਸਟਾਰ ਸੌਰੀ ਆਪਰੇਸ਼ਨ ਲੋਟਸ ਦੀ ਗੱਲ ਕੀਤੀ ਫਿਰ ਉਹ ਚੰਨੀ ਦੀ ਕਰਦੀ ਕਿ 2 ਕਰੋੜ ਦਾ ਸੀਗਾ ਚਲੋ ਆਪਾਂ ਮੁੱਦੇ ਤੇ ਆ ਜਾਈਏ ਉਹਨਾਂ ਤੋਂ ਜਵਾਬ ਲੈ ਲਾਂਗੇ ਚੰਨੀ ਜੀ ਆਪਾਂ ਮੁੱਦੇ ਤੇ ਆ ਜਾਈਏ ਮੈਂ ਇਸੇ ਰਿਕੁਐਸਟ ਕਰ ਰਿਹਾ ਸਮਾਂ ਨਿਕਲਦਾ ਰਹਿੰਦਾ ਪਲੀਜ਼ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਸਾਡੀਆਂ ਪਾਲਿਸੀਜ਼ ਜੇ ਸਾਡੇ ਅਕ੍ਰੋਸ ਇੰਡੀਆ ਠੀਕ ਹੈਗੀਆਂ ਨੇ ਉਹ ਪਾਲਿਸੀ ਪੰਜਾਬ ਦੇ ਲੋਕ ਤਾਂ ਬਹੁਤ ਜ਼ਿਆਦਾ ਸਮਝਦਾਰ ਨੇ ਸਿਆਣੇ ਨੇ ਐਪਰੀਸ਼ੀਏਟ ਕਰ ਸਕਦੇ ਨੇ ਡਿਸਟਿੰਗੁਇਸ਼ ਕਰ ਸਕਦੇ ਨੇ ਐਨਾਲਾਈਜ਼ ਕਰ ਸਕਦੇ ਨੇ ਸਾਡੀਆਂ ਪਾਲਿਸੀਆਂ ਸਾਡੇ ਕੰਮ ਆਉਣਗੀਆਂ ਜਿਹੜੀ ਬੀਜੇਪੀ ਹੈਗੀ ਹੈ ਪੰਜਾਬ ਦੇ ਵਿੱਚ ਉਹ ਬਹੁਤ ਸਿਰ ਕੱਢ ਵੀ ਪੋਜੀਸ਼ਨ ਤੇ ਆਏਗੀ ਨਹੀਂ ਪਰ ਆਲਰੇਡੀ 2 ਵਾਰੀ ਇਲੈਕਸ਼ਨ ਦੇ ਵਿੱਚ ਉਸ ਤਰੀਕੇ ਦੀ ਪਰਫਾਰਮੈਂਸ ਨਹੀਂ ਰਹੀ ਚੰਨੀ ਜੀ ਜਿਸ ਤਰੀਕੇ ਦੀ ਆਲ ਓਵਰ ਇੰਡੀਆ ਰਹੀ ਹੈ 300 ਪਲੱਸ ਸੀਟਾਂ ਬੀਜੇਪੀ ਦੀਆਂ ਪਰ ਪੰਜਾਬ ਦੇ ਵਿੱਚ ਉਸ ਤਰੀਕੇ ਦੀ ਪਰਫਾਰਮੈਂਸ ਇਨਫੈਕਟ ਉਸ ਟਾਈਮ ਤਾਂ ਤੁਸੀਂ ਅਲਾਈਅੰਸ ਦੇ ਵਿੱਚ ਸੀ ਨਹੀਂ ਦੇਖੋ ਗੱਲ ਕਈ ਇਸ਼ੂਜ਼ ਵਿੱਚ ਆ ਜਾਂਦੇ ਨੇ ਕਈ ਸਿਚੁਏਸ਼ਨਸ ਇਦਾਂ ਦੀ ਆ ਜਾਂਦੀਆਂ ਨੇ ਜਿਹੜੇ ਫਾਰਮੂਲਾ ਦੀ ਗੱਲ ਉਹ ਆ ਗਈ ਜਾਂ ਕੋਈ ਹੋਰ ਇਦਾਂ ਦੇ ਆ ਜਾਂਦੇ ਨੇ ਉਹ ਅਸੀਂ ਉਹਨਾਂ ਤੇ ਵੀ ਐਕਸ਼ਨ ਲੈ ਆਪਣਾ ਪੱਖ ਰੱਖਾਂਗੇ ਆਪਣੀ ਗੱਲ ਕਰਾਂਗੇ ਲੋਕਾਂ ਦੇ ਵਿੱਚ ਜਾਵਾਂਗੇ ਔਰ ਸਾਰਾ ਅਸੀਂ ਜਿਹੜੀ ਵਿਚਾਰਧਾਰਾ ਹੈਗੀ ਹੈ ਉਹਦੇ ਤੇ ਦੁਨੀਆ ਦੀ ਗੱਲ ਤੇ ਅੱਗੇ ਹੋ ਜਾਂਦੀ ਠੀਕ ਹੈ ਇਹ ਨਹੀਂ ਕਿ ਅਸੀਂ ਉਹ ਉੱਥੇ ਨਹੀਂ ਆ ਸਕਦੇ ਮੈਂ ਇਸ ਪੁਆਇੰਟ ਦੇ ਉੱਤੇ ਆਵਾਂਗਾ ਇੱਕ ਵਾਰ ਤਵਨ ਜੀ ਦਾ ਰਿਐਕਸ਼ਨ ਲੈ ਲਾਂ ਬਹੁਤ ਦੇਰ ਦੇ ਮੁਸਕਰਾ ਵੀ ਰਹੇ ਨੇ ਪੰਦੇਰ ਸਾਹਿਬ ਮੈਂ ਉਹਨਾਂ ਦਾ ਵੀ ਰੁਕ ਕਰਨਾ ਤਵਨ ਜੀ गौरव जी मैं दोनों बुलारियां की गल सुनी चाहे श्रोमणी अकाली दल के होन चाहे चन्नी साहब भाजपा के होन बड़ी हास्यजनक गल्लां कीतियां इन्हां ने मैं पहले एक एक करके दोनों नूं जिहड़ा आईना विखा देना जिहड़ा पंजाब के लोगों नूं इन्हां नूं दिखाया सी लेकिन अज तक ये अपनी पीढ़ी छोटा मार के नहीं देख सके सब तो पहले गल मैं करदा धारनी साहब की धारनी साहब 15 दल जिहड़े वख-वख दल दे इस देश के राजनीतिक दल उत्थे इकट्ठे होए सी और देश हित दे विच पटना विच मीटिंग होई सी जिथे श्रोमणी अकाली दल नहीं पहुंचिया तुसीं उत्थे ना पहुंच के भाजपा का पक्ष पा रहा है ये तुसीं ये मन्नो या ना मन्नो लेकिन तुसीं भाजपा के किते ना किते हित काम किया है सो अपना स्टैंड स्पष्ट करो कि तुसीं उत्थे क्यों नहीं पहुंचे या तुहानूं बुलाया नहीं गया क्या देश के बाकी विरोधी दल तुहानूं पंजाब दा या इस देश का दल नहीं गिनते पहली गल दूसरी गल भाजपा के बुलारे गल कर रहे थे चन्नी साहब तुसीं भाजपा की पॉलिसीज़ दी गल कीतियां हुण सच भी सुन लो सच कड़वा है मैनूं पता है चुभना जरूर है तुसीं गल कीती 2 करोड़ नौकरियां साडे मानयोग जिहड़े प्रधानमंत्री ने उन्होंने कहा सी हर साल 2 करोड़ नौकरियां देवांगा कीता की तुसीं तुहानूं पता है कि लोकां नूं 2 करोड़ नौकरियां की लोग अज महंगाई दे विच तरा कर उठे ने दूसरी गल बुलेट ट्रेन दे विच मेरे ख्याल नाल तुसीं सफर कर लिया होना जिहड़ा पंजाब ते देश दे लोकां ने नहीं कीता सो हर पॉलिसी जे किसी नूं भारतीय जुमला पार्टी किया जांदा ना तो भारतीय जनता पार्टी नूं भारतीय जुमला पार्टी किया जांदा है दूसरा मानयोग साडे सत्कारयोग साडे देश दे प्रधानमंत्री मोदी जी सब तो वड्डे जुमलेबाज साबित होए सो इस करके तुसीं आप दा पीढ़ी हेठ छोटा मारो कि पंजाब दे लोकां ने देश दे लोकां ने तुहानूं नखारिया है तुहानूं इह गल तो चानना पैना चाहिदा है रस्सी जल गई पर बल नहीं गया सो गौरव जी मैं समझदा हूं दोनों आंकड़िਆਂ ਦੀ ਗੱਲ ਕਰ ਰਹੇ ਸੀ ਸਰ ਤੁਸੀਂ ਆंकड़ਿਆਂ ਦੀ ਗੱਲ ਕਰ ਰਹੇ ਸੀ ਕਿ 2% ਵੋਟ ਪਈ ਹੈ ਸਿਰਫ 2% ਵੋਟ ਪਈ ਹੈ 2.1% ਹੈ ਧਾਰਨੀ ਸਾਹਿਬ ਅੰਕੜਾ ਦੱਸ ਰਹੇ ਸੀ ਧਾਰਨੀ ਸਾਹਿਬ ਨੂੰ ਮੈਂ ਤਾਂ ਕਿਹਾ ਜੀ ਇਹਨਾਂ ਨੇ ਇੱਕ ਉਂਗਲੀ ਸਾਡੇ ਵੱਲ ਕੀਤੀ 4 ਉਂਗਲੀਆਂ ਇਹਨਾਂ ਦੇ ਵੱਲ ਸੀ ਇਹਨਾਂ ਨੇ ਧਿਆਨ ਨਹੀਂ ਦਿੱਤਾ ਜਿਹੜਾ 2023 ਵਿੱਚ ਵਰਤਮਾਨ ਸਮਾਂ ਹੈ ਉਹਦੇ ਵਿੱਚ ਜਿਮਨੀ ਚੋਣਾਂ ਜੇ ਜਲੰਧਰ ਦੀਆਂ ਹੋਈਆਂ ਪੰਜਾਬ ਦੇ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਉਹ ਕੇਂਦਰ ਨਾਲ ਜੁੜੀ ਇਲੈਕਸ਼ਨ ਸੀ ਦੂਸਰੀ ਗੱਲ ਜਿਹੜਾ 42% ਵੋਟ ਬੈਂਕ ਸ਼ੇਅਰ ਸਾਡੇ ਕੋਲ ਪੰਜਾਬ ਦੇ ਲੋਕਾਂ ਨੇ ਸਾਨੂੰ ਬੰਦਾ ਸਾਨੂੰ ਮਾਨ ਦਿੱਤਾ ਹੈ ਉਸ ਦੇ ਵਿੱਚ ਵੀ ਸਾਡੇ ਸਰਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕਾਂ ਦਾ ਹੱਕ ਪੂਰ ਰਹੇ ਨੇ ਫਤਵਾ ਦੇ ਰਹੇ ਨੇ 16 ਮਹੀਨਿਆਂ ਵਿੱਚ 10 ਟੋਲ ਪਲਾਜ਼ੇ ਬੰਦ ਹੋ ਜਾਣਾ ਪੰਜਾਬ ਦੇ ਵਿੱਚ 29000 ਨੌਕਰੀਆਂ ਦੇ ਦੇਣਾ ਜੇ मैं गल करा 584 मोहल्ला क्लिनिक खोल देना बड़े बढ़िया और श्लाघायोग कदम है जवाब ले लो सर जवाब ले लो श्लाघा कर रही है किसी ਨੂੰ ਨਹੀਂ ਸਮਝ ਆ ਰਿਹਾ ਵਿਰੋਧੀ ਪਾਰਟੀਆਂ ਨੂੰ ਸਮਝ ਗੱਲ ਇਹ ਕਿ ਆਪਾਂ ਗੜਜੋੜ ਦੇ ਉੱਤੇ ਫੋਕਸ ਕਰਨ ਦੀ ਕੋਸ਼ਿਸ਼ ਹੈ ਇੱਕ ਗੜਜੋੜ ਤੁਹਾਡੇ ਵਾਲੇ ਪਾਸੇ ਵੀ ਹੋ ਸਕਦਾ ਹੈ
ਆਮ ਆਦਮੀ ਪਾਰਟੀ ਦਾ ਵੀ, ਜੇਕਰ ਉਹ ਪੂਰੇ ਦੇਸ਼ ਦੇ ਵਿੱਚ ਗਠਜੋੜ 15 ਪਾਰਟੀਆਂ ਵਾਲਾ ਹੋ ਗਿਆ ਤਾਂ ਉਸ ਦਾ ਪੰਜਾਬ ਦੇ ਉੱਤੇ ਅਸਰ ਵੀ ਨਜ਼ਰ ਆ ਸਕਦਾ। ਤੁਸੀਂ ਬਖੂਬੀ ਜਾਣਦੇ ਹੋ, ਸਮਝਦੇ ਹੋ। ਚੰਨੀ ਜੀ, ਪਹਿਲਾਂ ਤੁਹਾਡਾ ਰਿਐਕਸ਼ਨ। ਬੀਜੇਪੀ ਦੇ ਉੱਤੇ ਬਹੁਤ ਹਮਲਾਵਰ ਸੀ। ਪੰਦੇਰ ਸਾਹਿਬ, ਮੈਂ ਆ ਰਿਹਾ, ਛੋਟਾ ਇੱਕ ਰਿਐਕਸ਼ਨ ਜ਼ਰੂਰੀ ਹੈ ਇੱਥੇ। ਇਹ ਜਿਹੜੇ ਪ੍ਰਣਵ ਜੀ ਨੇ, ਇਹਨਾਂ ਨੂੰ ਇਹ ਪੁੱਛੋ ਪਹਿਲਾਂ ਸੰਗਰੂਰ ਬਾਰੇ ਦੱਸ ਦੇਣ ਵੀ ਸੰਗਰੂਰ ਕੀ ਸੀ, ਤੇ ਜਦੋਂ 2019 ਦੀਆਂ ਇਲੈਕਸ਼ਨਾਂ ਹੋਈਆਂ ਸੀ ਉਦੋਂ ਇਹਨਾਂ ਦਾ ਕੀ ਹਾਲ ਹੋਇਆ ਸੀ। ਇਹ ਤਾਂ ਇਹਨਾਂ ਬੁਲੇਟ ਟ੍ਰੇਨ ਬਾਰੇ ਦੱਸ ਦਿਓ। ਬਟੇਰਾ ਆ ਗਿਆ ਤੇ ਗੱਲਾਂ। ਤੇ ਇੱਕ ਮਿੰਟ ਸੁਣ ਵੀ ਲਓ ਯਾਰ, ਅਸੀਂ ਬੋਲੇ ਤੁਹਾਡੇ ਵਿੱਚ। ਹੁਣ ਜਿਹੜਾ ਟੋਲ ਪਲਾਜ਼ਾ ਬੰਦ ਕਰਕੇ ਆਏ, ਇਹਦਾ ਵੈਸੇ ਹੀ ਬੰਦ ਹੋਣਾ ਸੀ। ਜੇ ਇੰਨੀ ਜ਼ਰੂਰਤ ਹੈਗੀ ਹੈ ਤਾਂ ਜਿਹੜੇ ਟੋਲ ਪਲਾਜ਼ੇ ਇਹਨਾਂ ਨੇ ਹੁਣ ਸ਼ੁਰੂ ਕੀਤੇ ਆ ਅੰਮ੍ਰਿਤਸਰ ਬਠਿੰਡਾ ਰੋਡ ਤੇ ਇੱਧਰ ਦਰਾੜ ਨੀਲੋ ਕੋਲੇ, ਉਹ ਬੰਦ ਕਰਕੇ ਦਿਖਾਵੇ ਕਿ ਜੀ ਮੈਂ ਬੰਦ ਕੀਤੇ ਆ ਤੇ ਮੈਂ ਦਊਂਗਾ ਪੈਸੇ, ਲੋਕਾਂ ਨੂੰ ਪੈਸੇ ਦੇਣ ਦੀ ਲੋੜ ਨਹੀਂ। ਤੇ ਜੇ ਉਹ 2019 ਚ ਬੰਦ ਹੋਣਾ ਸੀ ਤੇ ਫਿਰ ਗੱਲ ਤਾਂ ਕਰਨ ਜੇ ਰਿਕਵਰੀ ਕਰਨ, ਕੇਸ ਦਰਜ ਕਰਨ। ਠੀਕ ਹੈ। ਜਿਹੜਾ 45-50 ਕਰੋੜ ਰੁਪਇਆ। ਚਲੋ ਆਪਾਂ ਟੌਪਿਕ ਤੇ ਵਾਪਸ ਆ ਜਾਈਏ ਸਰ, ਕਿਉਂਕਿ ਵੱਖ-ਵੱਖ ਇਸ਼ੂਜ਼ ਦੇ। ਇਨਫੈਕਟ ਟੋਲ ਪਲਾਜ਼ਾ ਦੇ ਉੱਤੇ ਇੱਕ ਦਿਨ ਪਹਿਲਾਂ ਆਪਾਂ ਬੜੀ ਤਫਸੀਲ ਦੇ ਨਾਲ ਗੱਲਬਾਤ ਕੀਤੀ ਹੈ। ਪੰਦੇੜ ਸਾਹਿਬ, ਮੈਂ ਧਾਰਨੀ ਜਾਣਾ ਤੁਹਾਡੇ ਕੋਲ। ਪੰਦੇੜ ਸਾਹਿਬ, ਮੈਂ ਵਾਪਸ ਗਠਜੋੜ ਵਾਲੇ ਮੁੱਦੇ ਉੱਤੇ ਹੀ ਰਹਿਣਾ ਚਾਹੂੰਗਾ, ਕਿਉਂਕਿ ਆਪਾਂ ਡਿਬੇਟ ਦਾ ਉਹ ਟੌਪਿਕ ਚੂਜ਼ ਕੀਤਾ ਅੱਜ। ਤੁਹਾਡੀ ਸਮਝ ਕੀ ਕਹਿੰਦੀ ਹੈ ਕਿ ਮੌਜੂਦਾ ਸਮੇਂ ਦੇ ਵਿੱਚ, ਮੈਂ ਪੰਜਾਬ ਦੇ ਔਰ ਦੇਸ਼ ਦੇ ਬਿਲਕੁਲ ਐਂਗਲ ਤੋਂ ਸੋਚਾਂ, ਲੋਕ ਵੀ ਇਸ ਸਮੇਂ ਉਸੇ ਤਰੀਕੇ ਨਾਲ ਸੋਚ ਰਹੇ ਹੋਣੇ ਨੇ ਕਿ ਬੀਜੇਪੀ ਜਾਂ ਅਕਾਲੀ ਦਲ, ਦੋਵਾਂ ਦੇ ਵਿੱਚੋਂ ਕਿਸੇ ਪਾਰਟੀ ਨੂੰ ਬਹੁਤ ਜ਼ਰੂਰੀ ਜਾਂ ਮਜਬੂਰੀ ਟਾਈਪ ਲੱਗਦਾ ਕਿ ਹਾਂ ਉਹਨਾਂ ਨੂੰ ਗਠਜੋੜ ਕਰਨਾ ਹੀ ਹੋਵੇਗਾ ਜਾਂ ਚਾਹੀਦਾ ਹੀ ਹੈ? ਗੌਰਵ ਜੀ, ਦੋਹਾਂ ਨੂੰ ਗਠਜੋੜ ਦੀ ਲੋੜ ਤਾਂ ਪੈਣੀ ਹੈ, ਕਿਉਂਕਿ ਇਹੀ ਜਿਹੜੀ ਜ਼ਰੂਰਤ ਹੈ ਮਹਿਸੂਸ ਹੋਈ ਸੀ 1996 ਦੇ ਵਿੱਚ, ਜਦੋਂ ਪੰਜਾਬ ਬਹੁਤ ਹੀ ਮੁਸ਼ਕਲ ਦੌਰ ਚੋਂ ਬਾਹਰ ਆਇਆ ਸੀ। ਔਰ ਦੋਨੋਂ ਪਾਰਟੀ ਦੀ ਉਸ ਵੇਲੇ ਬੜੀ ਮੈਚਿਓਰ ਲੀਡਰਸ਼ਿਪ ਸੀਗੀ, ਜਿਹਨੇ ਇਹ ਫੈਸਲਾ ਕੀਤਾ ਸੀ ਕਿ ਪੰਜਾਬ ਨੂੰ ਇੱਕ ਹੀਲਿੰਗ ਪ੍ਰੋਸੈਸ ਚਾਹੀਦਾ, ਉਹਦੇ ਵਾਸਤੇ ਗੱਠਜੋੜ ਕੀਤਾ। ਔਰ ਕੀ ਉਸ ਨੂੰ ਹੀਲ ਕਰ ਸਕਿਆ ਜਾਂ ਨਹੀਂ ਕਰ ਸਕਿਆ, ਇਹ ਸਾਡੇ ਦਰਸ਼ਕ ਜ਼ਿਆਦਾ ਸਮਝਦੇ ਨੇ ਵੀ ਉਹ ਹੀਲਿੰਗ ਪ੍ਰੋਸੈਸ ਕਿੱਧਰ ਨੂੰ ਚਲਾ ਗਿਆ, ਪਰ ਉਹਦੀ ਜਿਹੜੀ ਜ਼ਰੂਰਤ ਉਸ ਲਈ ਸਮਝੀ ਗਈ ਸੀ। ਹੁਣ ਜਿਹੜੀ ਹੈਗੀ ਜਿਹੜੀ ਹੁਣ ਇਸ ਵੇਲੇ ਗੱਠਜੋੜ ਦੀ ਗੱਲ ਆ, ਉਹ ਬਿਲਕੁਲ ਜਿਹੜੀਆਂ ਸਰਕਮਸਟੈਂਸਿਸ ਨੇ ਉਹ ਸਾਰੇ ਬਦਲ ਚੁੱਕੇ ਨੇ, ਸਿਚੁਏਸ਼ਨ ਹੋਰ ਹੈ ਹੁਣ ਬਿਲਕੁਲ। ਉਸ ਤੋਂ ਬਾਅਦ ਜਿਹੜੀ ਅਸੀਂ ਦੇਖਿਆ ਜਦੋਂ ਅਟਲ ਬਿਹਾਰੀ ਵਾਜਪਾਈ ਸੀਗੇ, ਉਦੋਂ ਭਾਰਤ ਸਾਰੇ ਨੇ ਜਿਹੜੀ ਗੱਠਜੋੜ ਦੀ ਰਾਜਨੀਤੀ ਨੂੰ ਟਰਾਈ ਕੀਤਾ, ਔਰ ਉਹਦੇ ਵਿੱਚ ਗੱਠਜੋੜ ਦੀਆਂ ਸੈਂਟਰ ਦੇ ਵਿੱਚ ਵੀ ਸਰਕਾਰਾਂ ਬਣੀਆਂ, ਸੂਬਿਆਂ 'ਚ ਵੀ ਸਰਕਾਰਾਂ ਬਣੀਆਂ, ਰੀਜਨਲ ਪਾਰਟੀਆਂ ਨੇ ਨੈਸ਼ਨਲ ਪਾਰਟੀਆਂ ਦੇ ਨਾਲ ਜਿਹੜਾ ਹੈਗਾ ਗੱਠਜੋੜ ਕੀਤੇ ਆ, ਕਾਂਗਰਸ ਨੇ ਗੱਠਜੋੜ ਕੀਤੇ ਨੇ, ਬੀਜੇਪੀ ਨੇ ਵੀ, UPA ਬਣਿਆ, NDA ਬਣਿਆ, ਇਹ ਗੱਠਜੋੜ ਬਣੇ ਹੀ ਬਣੇ ਆ। ਔਰ ਇਹਨਾਂ ਨੇ ਕੇਂਦਰ 'ਚ ਸਰਕਾਰਾਂ ਬਣਾਈਆਂ, ਔਰ ਇਹ ਜਿਹੜਾ ਇੱਕ ਟੈਸਟਡ ਫਾਰਮੂਲਾ ਸਾਡੇ ਕੋਲੇ ਆਲਰੇਡੀ ਹੈਗਾ, ਔਰ ਇਹ ਸਕਸੈਸਫੁਲ ਵੀ ਰਿਹਾ, ਜਿਹਦੇ ਨਾਲ ਸੈਂਟਰ ਦੇ ਵਿੱਚ ਉਹ ਪਹਿਲੀ ਵਾਰੀ ਤੁਹਾਨੂੰ ਇਹ ਦੇਖਿਆ ਕਿ ਗੱਠਜੋੜਾਂ ਦੇ ਰਾਹੀਂ ਜਿਹੜੀਆਂ ਰੀਜਨਲ ਪਾਰਟੀਆਂ ਸੀਗੀਆਂ ਉਹਨਾਂ ਨੂੰ ਕੇਂਦਰ ਦੇ ਵਿੱਚ ਜਿਹੜਾ ਸੀਗਾ ਉਹ ਪਾਵਰ ਸ਼ੇਅਰ ਕਰਨ ਦਾ ਮੌਕਾ ਮਿਲਿਆ। ਨਹੀਂ ਤਾਂ ਜਿਸ ਤਰ੍ਹਾਂ ਜਿਹੜਾ ਅਕਾਲੀ ਦਲ ਸੀ, ਉਹ ਕਿਸੇ ਟਾਈਮ ਤੇ ਜਿਹੜਾ ਐਂਟੀ ਸੈਂਟਰ ਸਟੈਂਡ ਲੈਂਦਾ ਹੁੰਦਾ ਸੀ, ਉਹਨੇ ਬਦਲ ਕੇ ਆਪਣਾ ਐਂਟੀ ਕਾਂਗਰਸੀ ਸਟੈਂਡ ਰੱਖ ਲਿਆ, ਕਿਉਂਕਿ ਉਹ ਜਿਹੜਾ ਫੈਡਰਲ ਸਟਰਕਚਰ ਦਾ ਵੀ ਜਿਹੜਾ ਅਕਾਲੀ ਦਲ ਦਾ ਆਪਣਾ ਸਟੈਂਡ ਹੁੰਦਾ ਸੀ, ਉਹਦੇ ਚੋਂ ਉਹਨਾਂ ਨੇ ਡਾਇਲਿਊਟ ਕਰ ਲਿਆ ਸੀ। ਸੋ ਜਿਹੜੀਆਂ ਉਹਨਾਂ ਦੀਆਂ ਪਾਲਿਸੀਜ਼ ਨੇ ਉਹਦੇ ਚ ਵੀ ਜਿਹੜਾ ਤੁਹਾਨੂੰ ਨਜ਼ਰ ਆਉਂਦਾ। ਪਰ ਜਿਹੜੀ ਹੁਣ ਪ੍ਰੋਬਲਮ ਹੈ ਕਿ ਬੀਜੇਪੀ ਜਦੋਂ ਇਹ ਗੱਲ ਕਰਦੀ ਹੈ, ਦੋਨੋਂ ਪਾਰਟੀਆਂ ਨੇ, ਉਹ ਹੁਣ ਇਸ ਵੇਲੇ ਇੱਕ ਦੂਜੇ ਦੀਆਂ ਲਾਇਬਿਲਿਟੀਜ਼ ਵੀ ਨਾਪ ਤੋਲ ਰਹੀਆਂ ਵੀ ਜਿਹੜੀ ਅਕਾਲੀ ਦਲ ਦੀ ਪਰਫਾਰਮੈਂਸ ਰਹੀ ਹੈ ਔਰ ਬੀਜੇਪੀ ਦੀ ਪਰਫਾਰਮੈਂਸ ਹੈ। ਹੁਣ ਬੀਜੇਪੀ ਨੈਸ਼ਨਲ ਲੈਵਲ ਦੇ ਉੱਤੇ ਵੀ ਕਈ ਮੁੱਦਿਆਂ ਦੇ ਉੱਪਰ ਡਿਫੈਂਸਿਵ ਤੇ ਹੈ। ਸੋ ਜਿਹੜੀਆਂ ਇੱਕ ਦੂਜੇ ਦੀ ਲਾਇਬਿਲਿਟੀਜ਼ ਵੀ ਜਦੋਂ ਤੁਸੀਂ ਗੱਠਜੋੜ ਲੈਂਦੇ ਹੋ, ਜੇ ਤੁਸੀਂ ਇੱਕ ਦੂਜੇ ਦੀ ਸਟਰੈਂਥ ਲੈਂਦੇ ਹੋ ਤਾਂ ਫਿਰ ਉਹਨੂੰ ਸ਼ੇਅਰ ਕਰਦੇ ਹੋ ਤਾਂ ਲਾਇਬਿਲਿਟੀਜ਼ ਵੀ ਤੁਹਾਨੂੰ ਸ਼ੇਅਰ ਕਰਨੀਆਂ ਪੈਣੀਆਂ ਨੇ। ਜੋ ਚੰਨੀ ਸਾਹਿਬ ਕਹਿ ਰਹੇ ਸੀਗੇ, ਬਿਲਕੁਲ ਉਹਨਾਂ ਨੇ ਠੀਕ ਕਿਹਾ ਕਿ ਸਾਨੂੰ ਤਾਂ ਪਿਛਲੇ ਟਾਈਮ ਦੇ ਉੱਤੇ ਜਦੋਂ ਗੱਠਜੋੜ ਸੀਗਾ, ਬੀਜੇਪੀ ਨੂੰ ਤਾਂ ਮੌਕਾ ਹੀ ਨਹੀਂ ਸੀ ਮਿਲਦਾ। ਇਹਨਾਂ ਦੇ ਵੱਡੇ ਵੱਡੇ ਲੀਡਰ, ਔਰ ਮੈਂ ਤਾਂ ਅਸੈਂਬਲੀ ਦੇ ਵਿੱਚ ਕਈ ਵਾਰੀ ਬਾਦਲ ਸਾਹਿਬ ਨੂੰ ਕਹਿੰਦੇ ਸੁਣਿਆ ਕਿ ਜੇ ਤੁਹਾਡੀ ਪਾਰਟੀ ਦੀ ਹਾਈ ਕਮਾਂਡ ਤੁਹਾਨੂੰ ਨਹੀਂ ਸੁਣਦੀ ਤਾਂ ਸਾਨੂੰ ਦੱਸ ਦਿਆ ਕਰੋ, ਅਸੀਂ ਤੁਹਾਡੀ ਪਾਰਟੀ ਦੀ ਹਾਈ ਕਮਾਂਡ ਕੋਲ ਤੁਹਾਡੀ ਗੱਲ ਲੈ ਜਾਇਆ ਕਰਾਂਗੇ। ਬਿਲਕੁਲ ਠੀਕ ਚੰਨੀ ਉਹਨਾਂ ਨੇ ਕਿਹਾ। ਅੱਛਾ, ਮੈਂ ਇੱਕ ਹੋਰ ਚੀਜ਼ ਸਮਝਣੀ ਚਾਹੁੰਦਾ ਸਰ, ਤੁਸੀਂ ਆਪਣੀ ਗੱਲ ਵੀ ਕੰਪਲੀਟ ਕਰ ਲਿਓ। ਦੋਵਾਂ ਪਾਰਟੀਆਂ ਦੇ ਵਿੱਚੋਂ ਇਸ ਸਮੇਂ ਕਿਸ ਦਾ ਅਪਰ ਹੈਂਡ ਨਜ਼ਰ ਆਉਂਦਾ ਹੈ, ਜਾਂ ਤੁਹਾਨੂੰ ਲੱਗਦਾ ਕਿ ਇਕੁਅਲ ਪੋਜੀਸ਼ਨ ਦੇ ਉੱਤੇ ਨੇ, ਨੈਗੋਸ਼ੀਏਟ ਕਰਨ ਵਾਲੇ ਪੋਜੀਸ਼ਨ ਦੇ ਵਿੱਚ? ਪੰਜਾਬ ਦੇ ਵਿੱਚ ਇਸ ਵੇਲੇ ਕਿਸੇ ਦਾ ਅਪਰ ਹੈਂਡ ਨਹੀਂ ਹੈ, ਦੋਨੋਂ ਜਣੀਆਂ ਡਿਫੈਂਸਿਵ ਪਾਰਟੀ ਹੈਗੀਆਂ। ਔਰ ਜਿਹੜਾ ਔਰ ਉਹਦੇ ਵਿੱਚ ਜਿਹੜਾ ਹੈਗਾ ਬੀਜੇਪੀ ਨੇ ਆਪਣਾ ਜਿਹੜਾ ਡਿਫੈਂਸਿਵ ਪਾਰਟੀ ਆ, ਉਹ ਸੁਨੀਲ ਜਾਖੜ ਨੂੰ ਪ੍ਰਧਾਨ ਬਣਾ ਕੇ ਉਹ ਜ਼ਾਹਿਰ ਕਰ ਦਿੱਤਾ, ਕਿਉਂਕਿ ਜਿਹੜੀ ਇੱਕ ਐਡੀ ਵੱਡੀ ਪੁਰਾਣੀ ਪਾਰਟੀ ਆ, ਉਹਨਾਂ ਨੂੰ ਪੰਜਾਬ ਦੇ ਵਿੱਚ ਆਪਣੇ ਕਾਡਰ ਦੇ ਵਿੱਚੋਂ ਇੱਕ ਪ੍ਰਧਾਨ ਨਹੀਂ ਮਿਲਿਆ।
ਸੋ ਜਿਹੜੇ ਮੈਂ ਸੁਨੀਲ ਜਾਖੜ ਉਹਨਾਂ ਦੀ ਜਿਹੜੀ ਕਾਬਲੀਅਤ ਹੈ ਉਸ ਦੇ ਉੱਪਰ ਨਹੀਂ ਸ਼ੱਕ ਕਰ ਰਿਹਾ, ਪਰ ਇਸ ਦੇ ਵਿੱਚ ਜਿਹੜੀ ਬੀਜੇਪੀ ਦੀ ਜਿਹੜੀ ਹੈਗੀ ਆ ਲੀਡਰਸ਼ਿਪ, ਇਹ ਨਾਰਮਲੀ ਇੰਪੋਰਟ ਨਹੀਂ ਸੀ ਕਰਦੇ ਆਪਣੇ ਪ੍ਰਧਾਨ ਜਾਂ ਜਿਹੜੇ ਲੀਡਰਸ ਹੁੰਦੇ ਸੀ, ਇਹਨਾਂ ਨੇ ਐਤਕੀ ਇੰਪੋਰਟ ਕੀਤਾ, ਜੋ ਇੱਕ ਹੋ ਸਕਦਾ ਇੱਕ ਨਵਾਂ ਜਿਹੜੀ ਹੈਗੀ ਆ ਪਾਲਿਸੀ ਆ ਜਾਂ ਨਵਾਂ ਸਟੈਪ ਆ ਜਾਂ ਨਵਾਂ ਐਕਸਪੈਰੀਮੈਂਟ ਹੋ ਸਕਦਾ ਦੇ ਵਿੱਚ। ਔਰ ਅਸੀਂ ਪੰਜਾਬ ਦੇ ਲੋਕੀ ਆਮ ਤੌਰ ਤੇ ਕਹਿੰਦੇ ਕਿ ਸਿਆਸੀ ਪਾਰਟੀਆਂ ਪੰਜਾਬ ਨੂੰ ਇੱਕ ਪ੍ਰਯੋਗਸ਼ਾਲਾ ਦੀ ਤਰ੍ਹਾਂ ਕਰਦੀਆਂ, ਕੀ ਬੀਜੇਪੀ ਵੀ ਪ੍ਰਯੋਗਸ਼ਾਲਾ ਦੀ ਤਰ੍ਹਾਂ ਪੰਜਾਬ ਨੂੰ ਵਰਤ ਰਹੀ ਹੈ ਔਰ ਸੋਚ ਰਹੀ ਹੈ ਕਿ ਜੇ ਜਿਨ੍ਹਾਂ ਨੂੰ ਲੋਕਾਂ ਨੂੰ ਅਸੀਂ ਆਪਣੀ ਪਾਰਟੀ ਦੇ ਫੋਲਡ ਵਿੱਚ ਲੈ ਕੇ ਆਉਂਦੇ ਆ, ਉਹਨਾਂ ਨੂੰ ਕੋਈ ਅਹੁਦਾ ਦਿੰਦੇ ਆ ਤਾਂ ਉਹਦੇ ਨਾਲ ਕੀ ਹੁੰਦਾ। ਹੁਣ ਉਹਦੇ ਵਿੱਚ ਇਹ ਵੀ ਦੇਖਣ ਵਾਲਾ ਹੋਊਗਾ ਕਿ ਜਿਹੜਾ ਬੀਜੇਪੀ ਦਾ ਟ੍ਰੈਡੀਸ਼ਨਲ ਕਾਡਰ ਆ ਔਰ ਲੀਡਰਸ਼ਿਪ ਹੈ ਉਹ ਇਸ ਨੂੰ ਕਿਸ ਤਰ੍ਹਾਂ ਰਿਸਪੌਂਡ ਕਰਦਾ। ਇੰਟਰਸਟਿੰਗ ਹੈ, ਬਿਲਕੁਲ ਤੁਸੀਂ ਜਿਹੜਾ ਐਕਸਪੈਰੀਮੈਂਟ ਵਾਲੀ ਗੱਲ ਕਰ ਰਹੇ ਹੋ ਕਿ ਵਾਕਈ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਬੀਜੇਪੀ ਦੇ ਵਿੱਚ ਜੇ ਕੋਈ ਬਾਹਰੋਂ ਆਇਆ ਤਾਂ ਇੰਨੀ ਵੱਡੇ ਖਾਸ ਤੌਰ ਤੇ ਜਥੇਬੰਦਕ ਢਾਂਚੇ ਦੇ ਵਿੱਚ ਉਹਨਾਂ ਨੂੰ ਇਸ ਤਰੀਕੇ ਦੀ ਪੋਜੀਸ਼ਨ ਨਹੀਂ ਮਿਲਦੀ ਜਿਵੇਂ ਸੁਨੀਲ ਜਾਖੜ ਨੂੰ ਮਿਲੀ ਹੈ। ਬਹੁਤ ਇੰਟਰਸਟਿੰਗ ਹੈ ਸਰ, ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਮੈਂ ਇੱਕ ਰਿਐਕਸ਼ਨ ਜ਼ਰੂਰ ਲੈਣਾ ਹੈ। ਧਾਰਨੀ ਸਾਹਿਬ, ਗੜਜੋੜ ਦੇ ਉੱਤੇ ਮੈਂ ਫੋਕਸ ਕਰਦੇ ਹੋਏ ਕੀ ਕੋਈ ਅਜਿਹੇ ਮੁੱਦੇ ਹੈ ਜਿਨ੍ਹਾਂ ਦੇ ਉੱਤੇ ਸਹਿਮਤੀ ਬਣਾਉਣੀ ਜ਼ਰੂਰੀ ਹੋਏਗੀ ਜੇਕਰ ਬੀਜੇਪੀ ਵਾਲੇ ਪਾਸੇ ਕੋਈ ਕਦਮ ਵਧਾਇਆ ਜਾਂਦਾ ਹੈ? ਕਿਉਂਕਿ ਇਸ ਸਮੇਂ ਬਹੁਤ ਚਰਚਾਵਾਂ ਨੇ ਬੰਦੀ ਸਿੰਘਾਂ ਦੇ ਮੁੱਦੇ ਦੀ, UCC ਦੇ ਮੁੱਦੇ ਦੀ, ਆਲ ਇੰਡੀਆ ਗੁਰਦੁਆਰਾ ਐਕਟ ਵਾਲੇ ਮੁੱਦੇ ਦੀ। ਨਹੀਂ ਦੇਖੋ, ਗੱਲ ਇਹ ਹੈਗਾ ਜੀ ਕਿ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਜਦੋਂ ਦੋ ਪਾਰਟਨਰਾਂ ਦੇ ਵਿੱਚ ਹੁੰਦੀਆਂ ਹੈਗੀਆਂ ਤਾਂ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ, ਪਰ ਇੱਕ ਗੱਲ ਬੜੀ ਕਲੀਅਰ ਹੈਗੀ ਆ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਟਾਈਮ ਦੇ ਵਿੱਚ ਜੋ ਮਹਿਸੂਸ ਕੀਤਾ ਹੈਗਾ ਉਹਦੇ ਮੁਤਾਬਕ ਨੰਬਰ 1 ਪੰਥਕ ਏਜੰਡਾ ਅਕਾਲੀ ਦਲ ਕਦੇ ਨਹੀਂ ਛੱਡੇਗਾ, ਨੰਬਰ 2 ਜਿਹੜਾ ਹੈਗਾ ਕਿਸਾਨੀ ਮੁੱਦੇ ਜਿਹੜੇ ਹੈਗਾ ਅਕਾਲੀ ਦਲ ਬਿਲਕੁਲ ਨਹੀਂ ਛੱਡੇਗਾ। ਤੀਜੀ ਗੱਲ, ਅੱਜ ਤੁਸੀਂ ਜਿਹੜਾ ਹੈਗਾ ਆਪਣੇ ਚੈਨਲ ਤੋਂ ਪਹਿਲਾਂ ਦਿਖਾ ਰਹੇ ਸੀ ਕਿ ਭਗਵੰਤ ਮਾਨ ਸਾਹਿਬ ਬੋਲ ਰਹੇ ਹੈ, ਜੋ ਉਹਨਾਂ ਦਾ ਲਹਿਜਾ ਹੈਗਾ ਜਿਹਦੇ ਵਿੱਚ ਉਹ ਕਹਿ ਰਹੇ ਆ ਕਿ ਜੋੜ ਤੋੜ ਨਹੀਂ ਕੁਰਸੀ ਵੱਲ, ਉਹਨਾਂ ਦਾ ਮਤਲਬ ਅੰਦਾਜ਼ ਸੀ ਇਹ। ਮੈਂ ਇਹਨਾਂ ਨੂੰ ਪੁੱਛਦਾ ਕਿ ਇਹ ਅਲੀ ਬਾਬਾ 40 ਚੋਰ ਜਿਹੜੇ ਪਟਨੇ ਇਕੱਠੇ ਹੋ ਕੇ ਗਏ ਤੇ ਜਿਹੜੇ ਡੱਡੂਆਂ ਦੀ ਪੰਸੇਰੀ ਮੰਗਣਾ, 2 ਤਾਂ ਇਹ ਛਾਲ ਮਾਰ ਗਏ ਸੀ। ਮਮਤਾ ਬੈਨਰਜੀ ਕਹਿੰਦੇ ਕਿ ਜੀ ਜੇ CPI ML ਨਾਲ ਜਿਹੜਾ ਹੈਗਾ ਰਾਹੁਲ ਸਾਹਿਬ ਜਿਹੜਾ ਹੈਗਾ ਕਾਂਗਰਸ ਸੁਲ੍ਹਾ ਕਰੇਗੀ ਤਾਂ ਮੈਂ ਵਿੱਚ ਨਹੀਂ ਰਹਿੰਦੀ ਹੈਗੀ। ਬੰਬੇ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਸ਼ਰਦ ਪਵਾਰ ਦੀ ਜਿਹੜੀ ਪਾਰਟੀ ਹੈਗੀ ਆ ਉਹਦਾ ਕੀ ਹਾਲ ਹੋ ਗਿਆ, ਤੇਜਸਵੀ ਯਾਦਵ ਦਾ ਕੀ ਹਾਲ ਹੋ ਗਿਆ, ਔਰ ਇਹ ਤਾਂ ਭੱਜੇ ਦੇ ਭੱਜ ਹੀ ਗਏ ਵਿੱਚ ਤੇ। ਸੋ ਇਹ ਜਿਹੜਾ ਹੈਗਾ ਨਾ ਮੇਰੇ ਕੋਲ ਸਮਾਂ ਬਹੁਤ ਘੱਟ ਜੀ, ਨਹੀਂ ਹਰ ਰੋਜ਼ ਨਾ ਮੈਂ ਜਵਾਬ ਲਾਉਂਗਾ ਇਸ ਦੇ ਜਿਹੜਾ ਹੈਗਾ ਜੀ, ਹਰ ਰੋਜ਼ ਜਿਹੜਾ ਹੈਗਾ ਇੱਕ ਬੇੜੀ ਦੀ ਤਰ੍ਹਾਂ ਜਿਹੜਾ ਹੈਗਾ ਸਾਰਾ ਕੁਝ ਲਹਿਰਾ ਰਿਹਾ। ਆਉਣ ਵਾਲੇ ਟਾਈਮ ਦੇ ਵਿੱਚ ਮਸਲੇ ਕਿਵੇਂ ਸੁਲਝਦੇ ਹੈਗੇ ਆ ਇਹ ਆਉਣ ਵਾਲਾ ਟਾਈਮ ਦੱਸੇਗਾ। ਠੀਕ ਹੈ, ਚਲੋ ਜਵਾਬ ਲੈ ਲਈਏ ਬਹੁਤ ਛੋਟਾ ਇੱਕ ਚੀਜ਼ ਮਾੜੀ ਜੀ, ਇੱਕ ਚੀਜ਼ ਜ਼ਰੂਰ ਹੈਗੀ ਆ ਕਿ ਪੰਜਾਬ ਦੇ ਵਿੱਚ ਲੋੜ ਹੈਗੀ ਆ ਪਾਰਟੀ ਗਠਬੰਧਨ ਦੀ, ਨਹੀਂ ਹਿੰਦੂ ਸਿੱਖ ਗਠਬੰਧਨ ਦੀ। ਇਹ ਪੁਰਾਣਾ ਨਾਰਾ ਹੈ ਬੀਜੇਪੀ ਅਕਾਲੀ ਦਲ ਦਾ। 9 ਮਾਸ ਦੇ ਰਿਸ਼ਤੇ ਦੇ ਵਿੱਚ ਜਿਹੜੀ ਧਾਰਮਿਕ ਸਾਂਝ ਦਾ ਜ਼ਿਕਰ ਅਕਾਲੀ ਦਲ ਬੀਜੇਪੀ ਪਹਿਲਾਂ ਕਰਦਾ ਹੈ। ਤਵਨ ਸਾਹਿਬ, ਮੈਂ ਚੰਨੀ ਜਾਣਾ ਤੁਹਾਡੇ ਕੋਲ। ਤਵਨ ਸਾਹਿਬ ਦੇਖੋ, ਮੈਂ ਧਾਰਨੀ ਜੀ ਦੀ ਗੱਲ ਨੂੰ ਬਹੁਤ ਛੋਟੇ ਸ਼ਬਦਾਂ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਉਹ ਇਹ ਕਹਿਣਾ ਚਾਹੁੰਦੇ ਨੇ ਕਿ ਤੁਹਾਡਾ ਗੜਜੋੜ ਸਾਡਾ ਗੜਜੋੜ ਮਜਬੂਰੀ। ਦੇਖੋ, ਮਜਬੂਰੀ ਦਾ ਗੱਲ ਪਤਾ ਨਹੀਂ, ਲੇਕਿਨ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ, ਚਾਹੇ ਭਾਜਪਾ ਹੋਵੇ ਭਾਵੇਂ ਅਕਾਲੀ ਦਲ ਹੋਵੇ। ਇਹ ਸਿਰਫ ਲੋਕਾਂ ਨੂੰ ਵਿਖਾਣ ਵਾਸਤੇ ਵੱਖ-ਵੱਖ ਨੇ, ਲੇਕਿਨ ਅੰਦਰੋਂ ਅੱਜ ਇਹ ਇਕੱਠੇ ਨੇ। ਜੇ ਮੈਂ ਕੱਲ ਦਾ ਸਵਾਲ ਇਹਨਾਂ ਦਾ ਪੁੱਛਿਆ, ਧਾਰਨੀ ਸਾਹਿਬ ਉਸ ਗੱਲ ਦਾ ਜਵਾਬ ਨਹੀਂ ਦੇ ਜਵਾਬ ਦੇ ਦਿਓ। ਕਹਿੰਦੇ ਕਿ ਤੁਸੀਂ ਵੀ ਕੁਰਸੀ ਦੇ ਲਈ ਇਕੱਠੇ ਹੋ ਰਹੇ ਹੋ, ਤੁਸੀਂ ਵੀ ਕੁਰਸੀ ਦੇ ਲਈ ਇਕੱਠੇ ਹੋ ਰਹੇ ਹੋ। ਪਟਨਾ ਸਾਹਿਬ ਵਾਲੀ ਜਿਹੜੀ ਮੀਟਿੰਗ ਸੀ, ਦੇਖੋ ਜਿਸ ਤਰ੍ਹਾਂ ਦੇਸ਼ ਦੇ ਵਿੱਚ ਲੋਕਤੰਤਰ ਦਾ ਕਾਨ ਕੀਤਾ ਜਾ ਰਿਹਾ ਹੈ, ਸੰਵਿਧਾਨ ਦੀਆਂ ਧੱਜੀਆਂ ਉੱਡ ਰਹੀ ਹੈ ਔਰ ਕੇਂਦਰ ਵਿੱਚ ਬੈਠੀ ਭਾਜਪਾ ਸਰਕਾਰ ਅੱਜ ਸੰਵਿਧਾਨ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਅਸੀਂ ਲੋਕਤੰਤਰ ਲਈ ਇਕੱਠੇ ਹੋ ਰਹੇ ਹਾਂ, ਅਸੀਂ ਅੱਜ ਪੰਜਾਬ ਲਈ ਇਕੱਠੇ ਹੋ ਰਹੇ ਹਾਂ, ਅਸੀਂ ਭਾਰਤ ਲਈ ਇਕੱਠੇ ਹੋ ਰਹੇ ਹਾਂ। ਸੋ ਇਹ ਵੱਖ-ਵੱਖ ਚੀਜ਼ਾਂ ਨੇ, ਸਾਡੇ ਤਰਕ ਵੱਖਰੇ ਨੇ। ਅਸੀਂ ਅੱਜ ਪੰਜਾਬ ਦੇ ਲੋਕਾਂ ਲਈ, ਦੇਸ਼ ਦੇ ਲੋਕਾਂ ਲਈ ਇਕੱਠੇ ਹੋ ਰਹੇ ਹਾਂ। ਜਿਹੜਾ ਇਹ ਕਾਲੇ ਆਰਡੀਨੈਂਸ ਲਿਆਇਆ ਗਿਆ, ਤੁਸੀਂ ਉਸ ਬਾਰੇ ਗੱਲ ਕਰੋ, ਕਿਸ ਸਮੇਂ ਲਿਆਇਆ ਜਾਂਦਾ ਹੈ? ਜੇ ਸੁਪਰੀਮ ਕੋਰਟ ਵਿੱਚ ਛੁੱਟੀਆਂ ਪੈਂਦੀਆਂ ਨੇ ਔਰ ਰਾਤ 10 ਵਜੇ ਆਪਣਾ ਤੁਗਲਕੀ ਫਰਮਾਨ ਜਾਰੀ ਕਰ ਦਿੱਤਾ ਜਾਂਦਾ ਹੈ। ਸੋ ਇਹ ਕੀ ਹੋ ਰਿਹਾ ਹੈ? ਇਹ ਦਿੱਲੀ ਦੇ ਲੋਕਾਂ ਨਾਲ ਅੱਜ ਜੋ ਕੰਮ ਹੋਇਆ, ਇਹ ਕਿਸੇ ਵੀ ਸੂਬੇ ਵਿੱਚ ਹੋ ਸਕਦਾ ਹੈ, ਕਿਉਂਕਿ ਕੇਂਦਰ ਵਿੱਚ ਬੈਠੀ ਭਾਜਪਾ ਸਰਕਾਰ ਹਰ ਉਸ ਸੂਬੇ ਵਿੱਚ ਤਾਨਾਸ਼ਾਹੀ ਅਪਣਾਉਂਦੀ ਹੈ ਜਿੱਥੇ ਉਹਨਾਂ ਦੀ ਸਰਕਾਰ ਨਹੀਂ ਹੈਗੀ। ਸੋ ਚਾਹੇ ਅਕਾਲੀ ਦਲ ਹੈ ਜਾਂ ਭਾਜਪਾ ਹੈ, ਮੈਂ ਤਾਂ ਸਿੱਧੀ ਗੱਲ ਕਹਾਂਗਾ, ਇਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਇਹ ਸਿਰਫ ਲੋਕਾਂ ਵਾਸਤੇ ਵੱਖ ਨੇ, ਲੇਕਿਨ ਅੰਦਰੋਂ ਇਹ ਇਕੱਠੇ ਹੀ ਨੇ। ਤਵਨ ਸਾਹਿਬ, UCC ਕੀ ਹੈ? ਚਲੋ ਜਵਾਬ ਲੈ ਲੈਣ ਤੋਂ, ਮੇਰੇ ਕੋਲ ਸਮਾਂ ਬਹੁਤ ਘੱਟ ਹੈ। ਚੰਨੀ ਜੀ, UCC ਕੀ ਹੈ?
ਚੰਨੀ ਜੀ ਅਸੀਂ ਤਾਂ ਚਾਹੇ ਜਿਵੇਂ ਕਹਿੰਦੇ ਆ ਵੀ ਇੱਕ ਸਿੱਕੇ ਦੇ ਦੋ ਪਹਿਲੂ ਹੈ, ਇਹਦਾ ਸਿੱਕਾ ਹੀ ਨਹੀਂ ਹੈ। ਇਹ ਪਹਿਲਾਂ ਤਾਂ ਇਹ ਸਿੱਕਾ ਕਿੱਥੋਂ ਆ ਗਏ? ਇਹ ਦੱਸ ਦੇਣ ਕਿ ਕੇਜਰੀਵਾਲ ਜੀ ਦੇ। ਚਲੋ ਮੈਂ ਹੋਰ ਸਪੈਸੀਫਿਕ ਆਉਣਾ। ਤੁਸੀਂ ਦੇਖੋ ਉਹਨਾਂ ਦਾ ਜਵਾਬ ਦੇ ਰਹੇ ਹੋ, ਕਹਿ ਰਹੇ ਕਿ ਲੋਕਤੰਤਰ ਨੂੰ ਬਚਾਉਣ ਦੇ ਲਈ 15 ਪੋਲੀਟੀਕਲ ਪਾਰਟੀਆਂ ਪਟਨਾ 'ਚ ਇਕੱਠਾ ਹੋ ਗਈਆਂ। ਕਿ ਪੰਜਾਬ ਦੇ ਵਿੱਚ ਵੀ ਤੁਹਾਡੇ ਕੋਲ ਕੋਈ ਨਾਰਾ ਹੈ ਕਿ ਅਕਾਲੀ ਬੀਜੇਪੀ ਇਸ ਪੁਆਇੰਟ ਦੇ ਉੱਤੇ ਇਸ ਕਰਕੇ ਇਕੱਠੇ ਹੋਣ ਜਾਂ ਹੋ ਸਕਦੇ ਨੇ, ਜਾਂ ਗੱਲ ਚੱਲ ਰਹੀ ਹੈ? ਇਹ ਲੋਕਤੰਤਰ ਨੂੰ ਖਤਰਾ ਨਹੀਂ ਹੈਗਾ, ਇਹ ਫਾਸਿਸਟ ਬੰਦੇ ਨੇ। ਔਰ ਕੇਜਰੀਵਾਲ ਜਿਹੜਾ ਬੰਦਾ ਹੈਗਾ ਆਇਆ ਤਾਂ ਬੜਾ ਉਹਦੇ ਐਪਲੀਕੇਸ਼ਨਾਂ ਦੇ ਵਿੱਚ, ਪਰ ਜਿੰਨਾ ਉਹ ਅਨਾਰਕਿਸਟ ਹੈਗਾ ਕੋਈ ਬੰਦਾ ਨਹੀਂ ਹੋ ਸਕਦਾ। ਇਹਦਾ ਕੋਈ ਅਸੂਲ ਹੀ ਨਹੀਂ ਹੈਗਾ। ਆਪਾਂ ਕਿਹੜਾ ਕਰ ਚੰਨੀ ਸਾਹਿਬ ਦੇਸ਼ ਦੇ ਲੋਕਾਂ ਨੂੰ ਜਵਾਬ ਦਿਓ, ਪੰਜਾਬ ਦੇ ਲੋਕਾਂ ਨੂੰ ਜਵਾਬ ਦਿਓ, ਗੱਲ ਨਾ ਘੁਮਾਓ, ਚੋਰ ਦਰਵਾਜ਼ੇ ਤੋਂ ਨਿਕਲਣ ਦਾ ਕੰਮ ਨਾ ਕਰੋ। ਪੰਜਾਬ ਦੇ ਲੋਕਾਂ ਨੂੰ ਜਵਾਬ ਦਿਓ। 3600 ਕਰੋੜ ਪੰਜਾਬ ਦਾ ਕਿਉਂ ਨਹੀਂ ਇਸ਼ੂ ਕੀਤਾ? ਦੱਸੋ ਪੰਜਾਬ ਦੀ ਅਦਾਇਗੀ ਕਿਉਂ ਨਹੀਂ ਹੋ ਰਹੀ? 3600 ਕਰੋੜ ਆਰਡੀਐਫ ਕਿੱਥੇ ਹੈ? ਚਲੋ ਜਵਾਬ ਦੇ ਲੈਣ ਤੋਂ ਸਰ ਉਹਨਾਂ ਨੂੰ ਸਮਾਂ ਮੋਰੇ ਗੱਲ ਦਾ ਸਵਾਲ ਦਾ ਜਵਾਬ ਲੈ ਲੈਣਾ। ਜਵਾਬ ਦੇ ਲੈਣ ਤੋਂ ਆਰਡੀਐਫ ਤੇ ਆਪਾਂ ਬਹੁਤ ਤਫਸੀਲ ਦੇ ਵਿੱਚ ਗੱਲ ਕੀਤੀ ਹੈ। ਚੰਨੀ ਜੀ ਕੰਪਲੀਟ ਕਰ ਲਓ ਸਰ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਮੈਂ ਪੰਜਾਬ ਵਾਲੇ ਦੇ ਉੱਤੇ ਫੋਕਸ ਕਰ ਰਿਹਾ। ਮੈਂ ਸ਼ੁਰੂਆਤ ਕੀਤੀ ਸੀ ਕਿ ਕੋਈ ਖਬਰ ਦੇ ਦਿਓ। ਮੈਂ ਫਿਰ ਆਖਰੀ ਕਮੈਂਟ ਵੀ ਤੁਹਾਡਾ ਉਸੇ ਤਰੀਕੇ ਨਾਲ ਇਸ ਡਿਬੇਟ ਦੇ ਵਿੱਚ ਆਵਾਂਗਾ ਕਿ ਦੱਸ ਦਿਓ ਕਿ ਆਖਿਰ ਕੋਈ ਪੁਆਇੰਟ ਹੈ ਜਿੱਥੇ ਤੁਹਾਨੂੰ ਲੱਗਦਾ ਕਿ ਦੋਵੇਂ ਪਾਰਟੀਆਂ ਇਕੱਠੀਆਂ ਹੋਣੀਆਂ ਚਾਹੀਦੀਆਂ ਨੇ, ਅਕਾਲੀ ਦਲ ਤੇ ਬੀਜੇਪੀ ਪੰਜਾਬ 'ਚ। ਦੇਖੋ, ਪੰਜਾਬ ਦੀ ਬਿਹਤਰੀ ਵਾਸਤੇ ਕੋਈ ਬੰਦਾ ਵੀ ਅੱਗੇ ਆਂਦਾ ਹੈਗਾ, ਪੰਜਾਬ ਦੇ ਭਾਈਚਾਰੇ ਵਾਸਤੇ, ਪੰਜਾਬ ਦੀ ਤਰੱਕੀ ਵਾਸਤੇ, ਪੰਜਾਬ ਦੀ ਸ਼ਾਂਤੀ ਤੇ ਜਿਸ ਤਰ੍ਹਾਂ ਹੁਣ ਸ਼ਾਂਤੀ ਖਰਾਬ ਹੋਈ ਹੈ, ਹਰ ਰੋਜ਼ ਆਪਣਾ ਰੋਬਰੀ, ਲੂਟ, ਮਰਡਰ ਪਰੇ ਤੋਂ ਲੈ ਕੇ ਸਾਰਾ ਕੁਝ ਉਹ ਬੰਦ ਹੋਣਾ ਚਾਹੀਦਾ।